ਤੇ ਉਹ ਬੀਜ ਬੀਜੇਗਾ ਆਗੇ, ਜਿਹੜਾ ਬੀਜ ਤੁਹਾਨੂੰ ਦਵਾਏਗਾ ਇਹੋ ਜਿਹੀਆਂ ਗੱਲਾਂ ਤੁਹਾਡੇ 'ਚ ਪੈਦਾ ਕਰ ਦੇਗਾ ਜਿਸ ਕਰਕੇ ਬੀਜ ਦਵਾਏਗਾ, ਫਲ ਦਵਾਏਗਾ, ਫਿਰ ਤੁਸੀਂ ਵੀ ਨੀਚੇ ਆਓਗੇ। ਹਾਲੇਲੂਇਆ। ਗੁੱਲੀ ਡੰਡਾ ਇੱਕ ਪਾਪ ਨੂੰ ਦਰਸਾਉਂਦਾ ਹੈ, ਗੁੱਲੀ ਡੰਡਾ ਇੱਕ ਬੁਰਾਈ ਸਿੱਖਿਆ ਨੂੰ ਦਰਸਾਉਂਦਾ ਹੈ, ਗੁੱਲੀ ਡੰਡਾ ਗਲਤ ਸਿੱਖਿਆ ਨੂੰ ਦਰਸਾਉਂਦਾ ਹੈ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਜਾਂਦੇ ਆ, ਸੰਡੇ ਪਵਿੱਤਰਤਾ ਦਾ ਵਚਨ ਸੁਣਿਆ, ਸ਼ੈਤਾਨ ਨੇ ਜਾਣ ਲਿਆ ਕਿ ਅੱਜ ਇਹ ਸੰਡੇ ਪਵਿੱਤਰਤਾ ਦਾ ਵਚਨ ਸੀ ਇਸ ਜਗ੍ਹਾ 'ਚ। ਫਿਰ ਸ਼ੈਤਾਨ ਨੇ ਇੱਕ ਨੌਜਵਾਨ ਲਈ ਲੜਕੀ ਨੂੰ ਤਿਆਰ ਕਰਨਾ, ਲੜਕੇ ਲਈ ਇੱਕ ਨੌਜਵਾਨ ਨੂੰ ਤਿਆਰ ਕਰਨਾ ਵੀ ਵਿਚਾਰ ਦਾ ਬੀਜ ਆਪ ਜੀ ਦੇ ਵਿੱਚ ਆਏਗਾ। ਅਗਰ ਤੁਸੀਂ ਤਾਂ ਮਨਾ ਕਰੋਗੇ ਕਿ ਇਸ ਬੀਜ ਦੀ ਮੈਨੂੰ ਲੋੜ ਨਹੀਂ ਹੈ, ਮੈਨੂੰ ਇੱਕ ਅੱਛੇ ਬੀਜ ਦੀ ਲੋੜ ਹੈ, ਤਾਂ ਸੱਚਮੁੱਚ ਆਪ ਜੀ ਨੂੰ ਬਦਲਣ ਤੋਂ ਕੋਈ ਵੀ ਸ਼ਕਤੀ ਰੋਕ ਨਹੀਂ ਪਾਏਗੀ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਆਮੇਨ। ਹਾਲੇਲੂਇਆ, ਹਾਲੇਲੂਇਆ। ਇਸ ਵਚਨ ਨੂੰ ਪੜ੍ਹੀਏ ਆਪਾਂ ਅੱਗੇ। ਹਾਂ। ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਗਿਰਿਆ, ਅੱਗੇ ਜਿੱਥੇ ਉਹਨੂੰ ਬਹੁਤੀ ਮਿੱਟੀ ਨਾ ਮਿਲੀ, ਅੱਗੇ ਅਰ ਡੂੰਗੀ ਮਿੱਟੀ ਨਾ ਮਿਲਣ ਕਰਕੇ ਜੀ ਉਹ ਛੇਤੀ ਉੱਗ ਪਿਆ। ਅੱਗੇ ਪਰ ਜਦ ਸੂਰਜ ਚੜ੍ਹਿਆ ਹਾਂ ਤਾਂ ਕੁਮਲਾ ਗਿਆ ਅੱਗੇ ਅਤੇ ਜੜ ਨਾ ਫੜਨ ਦੇ ਕਾਰਨ ਅੱਗੇ ਸੁੱਕ ਗਿਆ ਸੁੱਕ ਗਿਆ। ਅਤੇ ਕੁਝ ਕੰਡਿਆਲਿਆਂ ਵਿੱਚ ਗਿਰਿਆ। ਆਮੀਨ। ਜਦੋਂ ਬਚਨ ਜਾਂਦਾ ਹੈ, ਵਿਸ਼ਵਾਸੀ ਸੁਣਦੇ ਆ, ਬਚਨ ਨੂੰ ਝੱਟ ਕਬੂਲ ਕਰ ਲੈਂਦੇ ਆ ਕਿ ਹਾਂ ਇਹ ਬਚਨ ਬਹੁਤ ਵਧੀਆ ਹੈ। ਕਹਿੰਦਾ ਜਦੋਂ ਬੀਜ ਬੀਜਿਆ ਜਾਂਦਾ, ਜਦੋਂ ਉੱਗਦਾ ਹੈ, ਸੂਰਜ ਨਿਕਲਦਾ ਹੈ, ਧੁੱਪ ਨਿਕਲਦੀ ਹੈ, ਫਿਰ ਉਹ ਕਮਲਾ ਜਾਂਦਾ ਹੈ, ਫਿਰ ਉਹ ਮੱਚ ਜਾਂਦਾ ਹੈ, ਵਿੱਚ ਹੀ ਭਸਮ ਹੋ ਜਾਂਦਾ ਹੈ। ਐਸੇ ਤਰ੍ਹਾਂ ਕੁਝ ਵਿਸ਼ਵਾਸੀ ਪਰਮੇਸ਼ਰ ਦੇ ਬਚਨ ਨੂੰ ਸੁਣਦੇ ਆ, ਕਬੂਲ ਕਰਦੇ ਆ, ਪਰ ਜਦੋਂ ਮੁਸੀਬਤ ਆਉਂਦੀ ਹੈ, ਪ੍ਰੋਬਲਮ ਆਉਂਦੀ ਹੈ, ਉਹ ਬੀਜ ਖਤਮ ਹੋ ਜਾਂਦਾ ਹੈ। ਜਦੋਂ ਬੀਜ ਖਤਮ ਹੋ ਜਾਂਦਾ ਹੈ, ਫਿਰ ਉਹ ਫਲ ਲੈ ਕੇ ਨਹੀਂ ਆਉਂਦਾ, ਫਿਰ ਉਹ ਬਲੈਸਿੰਗ ਲੈ ਕੇ ਨਹੀਂ ਆਉਂਦਾ, ਫਿਰ ਉਹ ਛੁਟਕਾਰਾ ਲੈ ਕੇ ਨਹੀਂ ਆਉਂਦਾ, ਫਿਰ ਉਹ ਮੁਸੀਬਤਾਂ ਉਹਦੇ ਜੀਵਨ 'ਚ ਐਂਟਰੀ ਕਰਦੀਆਂ ਨੇ। ਅਗਲਾ ਵਚਨ ਪੜਾਂਗੇ ਆਪਾਂ। ਹਾਂ। ਅਤੇ ਕੁਝ ਕੰਡਿਆਲਿਆਂ ਵਿੱਚ ਗਿਰਿਆ, ਕੁਝ ਕੰਡਿਆਲਿਆਂ ਵਿੱਚ ਗਿਰਿਆ, ਅਤੇ ਕੰਡਿਆਲਿਆਂ ਨੇ ਵੱਧ ਕੇ ਉਹਨੂੰ ਦਬਾ ਲਿਆ। ਅੱਗੇ ਅਤੇ ਕੁਝ ਚੰਗੀ ਜ਼ਮੀਨ ਵਿੱਚ ਗਿਰਿਆ ਅੱਗੇ ਅਤੇ ਫਲਿਆ, ਹਾਂ ਕੁਝ 100 ਗੁਣਾ, ਹਾਂ ਕੁਝ 60 ਗੁਣਾ, ਹਾਂ ਕੁਝ 30 ਗੁਣਾ। ਹਾਂ ਜਿਹਦੇ ਕੰਨ ਹੋਣ ਸੋ ਸੁਣੇ। ਅੱਗੇ ਤਾਂ ਚੇਲਿਆਂ ਨੇ ਨੇੜੇ ਆ ਕੇ ਉਹਨੂੰ ਕਿਹਾ, ਕੀ ਆਖਿਆ? ਤੂੰ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਜਦੋਂ ਕਰਦਾ ਇਸ ਦੀ ਹੈ? 18 ਆਇਤ ਨੂੰ ਪੜਾਂਗੇ ਆਪਾਂ, ਇਸ ਦੀ 18 ਆਇਤ ਨੂੰ ਪੜਾਂਗੇ। ਆਮੀਨ, ਹਾਲੇਲੂਇਆ। ਹਾਲੇਲੂਇਆ। ਕਿਉਂਕਿ ਯਿਸੂ ਮਸੀਹ ਨੇ ਉਦਾਹਰਨਾਂ ਦੇ ਕੇ ਲੋਕਾਂ ਨੂੰ ਵਚਨ ਸੁਣਾਇਆ। ਉਦਾਹਰਨਾਂ ਇੱਕ ਜ਼ਮੀਨ ਜ਼ਿਮੀਦਾਰ ਦੀ ਦਿੱਤੀ ਉਦਾਹਰਨਾਂ। ਪ੍ਰਭੂ ਯਿਸੂ ਮਸੀਹ ਦੇ ਚੇਲੇ ਕਹਿਣ ਲੱਗੇ, ਪ੍ਰਭੂ ਤੁਸੀਂ ਕਿਉਂ ਉਦਾਹਰਨਾਂ ਦੇ ਕੇ ਇਹਨਾਂ ਨਾਲ ਗੱਲਬਾਤ ਕੀਤੀ? ਜਦੋਂ ਅਸੀਂ 18 ਆਇਤ ਨੂੰ ਅਸੀਂ ਪੜ੍ਹਦੇ ਹਾਂ, ਇੱਥੇ ਕੀ ਲਿਖਿਆ? ਸੋ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ। ਅੱਗੇ ਹਰ ਕੋਈ ਜੀ ਜੋ ਰਾਜ ਦਾ ਵਚਨ ਸੁਣਦਾ ਹੈ, ਹਰ ਇੱਕ ਕੋਈ ਸੁਣਦੇ ਸਾਰੇ ਹੈ। ਜੋ ਚਰਚ ਵਿੱਚ ਲੋਕ ਆਉਂਦੇ ਆ, ਸਭ ਲੋਕ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਆ। ਸਾਰੇ ਬਹਿੰਦੇ ਆ ਕੇ, ਬਾਈਬਲ ਵੀ ਕੋਲ ਹੁੰਦੀ ਹੈ, ਕਾਪੀ ਵੀ ਲਵੇ, ਪੈਨ ਵੀ ਲਵੇ ਹੁੰਦਾ, ਲੇਕਿਨ ਸੁਣਦੇ ਵੀ ਹੈ। ਲੇਕਿਨ ਸਾਰੇ ਵਿਸ਼ਵਾਸੀ ਇੱਕ ਜੈਸੇ ਨਹੀਂ ਹੁੰਦੇ। ਮੈਂ ਪਹਿਲਾਂ ਬੋਲਦਾ ਸੀ ਕਿ ਕਈ ਲੋਕ ਆਉਂਦੇ ਆ ਚੰਗਿਆਈ ਦੇ ਲਈ, ਕਈ ਲੋਕ ਆਉਂਦੇ ਆ ਚਮਤਕਾਰ ਦੇ ਲਈ, ਕਈ ਲੋਕ ਆਉਂਦੇ ਆ ਪਰਮੇਸ਼ਰ ਦਾ ਵਚਨ ਫੋਲੋ ਕਰਨ ਦੇ ਲਈ। ਹਾਲੇਲੂਇਆ। ਜਦੋਂ ਪਰਮੇਸ਼ਰ ਦੇ ਵਚਨ ਨੂੰ ਸੁਣਨਾ, ਅਸੀਂ ਆਪਣੇ ਆਪ ਨੂੰ ਰੈਡੀ ਕਰਨਾ, ਸਾਰੀਆਂ ਚਿੰਤਾਵਾਂ ਨੂੰ ਇੱਕ ਸਾਈਡ ਤੇ ਕਰਕੇ, ਸਾਰੀ ਜੋ ਸਾਡੀ ਜ਼ਿੰਦਗੀ ਵਿੱਚ ਪ੍ਰੋਬਲਮ ਹੈ ਉਹਨੂੰ ਇੱਕ ਸਾਈਡ ਤੇ ਕਰਕੇ, ਜਿਹੜੀ ਜਗ੍ਹਾ ਅਸੀਂ ਟੈਨਸ਼ਨ ਨੂੰ ਦੇ ਰਹੇ ਹਾਂ ਆਪਣੇ ਅੰਦਰ, ਉਸ ਜਗ੍ਹਾ ਪਰਮੇਸ਼ਰ ਦੇ ਵਚਨ ਨੂੰ ਦਿਓ। ਕਿਉਂਕਿ ਬਾਈਬਲ 'ਚ ਲਿਖਿਆ, ਚਿੰਤਾ ਨਾ ਕਰੋ, ਆਪਣੀ ਸਾਰੀ ਚਿੰਤਾ ਪਰਮੇਸ਼ਰ ਉੱਪਰ ਛੱਡ ਦਿਓ, ਉਹਨੂੰ ਤੁਹਾਡਾ ਫਿਕਰ ਹੈ। ਸੁਚੇਤ ਹੋਵੋ ਤੇ ਜਾਗਦੇ ਰਹੋ, ਤੁਹਾਡਾ ਸ਼ੈਤਾਨ ਵਿਰੋਧੀ ਭੁੱਖ ਦੇ ਸੀ ਵਾਂਗੂ ਭਾਲਦਾ ਫਿਰਦਾ, ਕਿਹੜੇ ਵੇਲੇ ਪਾੜ ਖਾਵਾਂ। ਹਾਲੇਲੂਇਆ, ਹਾਲੇਲੂਇਆ। ਪੜ੍ਹੀਏ ਇਸ ਲਾਈਨ ਨੂੰ।
ਹਰ ਕੋਈ ਜੋ ਰਾਜ ਦਾ ਵਚਨ ਸੁਣਦਾ ਹੈ ਹਰ ਕੋਈ ਜਿਹੜਾ ਰਾਜ ਦਾ ਵਚਨ ਸੁਣਦਾ ਪਰ ਨਹੀਂ ਸਮਝਦਾ, ਨਹੀਂ ਸਮਝਦਾ, ਸੋ ਉਹਦੇ ਮਨ ਵਿੱਚ ਜੋ ਕੁਝ ਬੀਜਿਆ ਹੋਇਆ ਹੈ ਅੱਗੇ ਦੁਸ਼ਟ ਆਣ ਕੇ ਉਹਨੂੰ ਖੋਹ ਲੈਂਦਾ ਹੈ। ਬੋਲੋ ਹਾਲੇਲੂਇਆ। ਹਰ ਇੱਕ ਬੰਦਾ ਜਿਹੜਾ ਪਰਮੇਸ਼ਰ ਦੇ ਵਚਨ ਨੂੰ ਸੁਣਦਾ ਹੈ, ਜੋ ਕੁਝ ਉਹਦੇ ਦਿਲ ਵਿੱਚ ਬੀਜਿਆ ਜਾਂਦਾ ਹੈ, ਫਿਰ ਦੁਸ਼ਟ ਆ ਕੇ, ਸ਼ੈਤਾਨ ਆ ਕੇ ਉਹਦੇ ਵਿੱਚ ਚੁਰਾ ਕੇ ਲੈ ਕੇ ਚਲਾ ਜਾਂਦਾ ਹੈ। ਜਿਵੇਂ ਪਹਿਲਾਂ ਬੋਲਦਾ ਸੀ ਕਿ ਅੱਜ ਵਚਨ ਸੁਣ ਲੈ ਕਿ ਪਵਿੱਤਰਤਾ ਹੀ ਦੁਸ਼ਟ ਜਾਣਦਾ ਹੈ, ਬੈਰੀ ਜਾਣਦਾ ਹੈ ਕਿ ਇਸ ਬੰਦੇ ਨੇ ਅੱਜ ਪਵਿੱਤਰਤਾਈ ਦਾ ਵਚਨ ਸੁਣਿਆ ਔਰ ਪਵਿੱਤਰਤਾਈ ਦੇ ਲਈ ਫੈਸਲਾ ਕੀਤਾ। ਆਪ ਜਿਹੜੀ ਚੀਜ਼ ਲਈ ਸਟੈਂਡ ਲਓਗੇ, ਤੁਸੀਂ ਜਿਹੜੀ ਚੀਜ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ, ਸ਼ੈਤਾਨ ਉਸੇ ਚੀਜ਼ ਤੋਂ ਆਪ ਨੂੰ ਰੋਂਗ ਕਰੇਗਾ। ਅਗਰ ਤੁਸੀਂ ਫੈਸਲਾ ਕਰ ਲਿਆ ਕਿ ਪਰਮੇਸ਼ਵਰ ਹਰ ਸੰਡੇ ਤੇਰੀ ਹਜ਼ੂਰੀ 'ਚ ਅਸੀਂ ਜਾਵਾਂਗੇ, ਦਾ ਫੈਸਲਾ ਕਰ ਲਿਆ ਕਿ ਪਰਮੇਸ਼ਵਰ ਅਸੀਂ ਬਾਈਬਲ ਨੂੰ ਪੜਾਂਗੇ, ਦਾ ਫੈਸਲਾ ਕਰ ਲਿਆ ਕਿ ਪਰਮੇਸ਼ਵਰ ਅਸੀਂ ਪ੍ਰਾਰਥਨਾ ਕਰਾਂਗੇ, ਸ਼ੈਤਾਨ ਆਪਕੇ ਫੈਸਲੇ ਜਾਣਦਾ ਹੈ, ਸ਼ੈਤਾਨ ਆਪका ਸਟੈਂਡ ਜਾਣਦਾ ਹੈ ਕਿ ਤੁਸੀਂ ਕਿੱਦਾਂ ਦਾ ਸਟੈਂਡ ਲਿਆ। ਉੱਥੇ ਅਟੈਕ ਕਰੇਗਾ ਸ਼ੈਤਾਨ ਜਿੱਥੇ ਤੁਸੀਂ ਫੈਸਲਾ ਲਿਆ। ਅਗਰ ਇੱਕ ਨਸ਼ਾ ਕਰਨ ਵਾਲੇ ਨੇ, ਇੱਕ ਸ਼ਰਾਬੀ ਨੇ ਸਟੈਂਡ ਲੈ ਲਿਆ, ਸ਼ਰਾਬ ਪੀਣ ਵਾਲੇ ਨੇ, ਉਹ ਬੋਲ ਰਿਹਾ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਣੀ, ਜੋ ਮਰਜ਼ੀ ਹੋ ਜਾਏ, ਪਰ ਇੱਕ ਐਸਾ ਸ਼ੈਤਾਨ ਬੀਜ ਬੀਜੇਗਾ, ਇੱਕ ਐਸੇ ਮਿੱਤਰ ਨੂੰ ਖੜਾ ਕਰਕੇ, ਇੱਕ ਐਸੇ ਰਿਸ਼ਤੇਦਾਰ ਨੂੰ ਖੜਾ ਕਰਕੇ ਆਪ ਜੀ ਦੇ ਸਾਹਮਣੇ ਲੈ ਕੇ ਆਏਗਾ। ਉਹ ਫਿਰ ਮਜਬੂਰ ਕਰੇਗਾ, ਬੋਲੇਗਾ ਪੈਗ ਲਾ, ਪੀ ਪੈਗ ਲਾ। ਉਹ ਅਸੀਂ ਕਹਾਂਗੇ ਨਹੀਂ ਨਹੀਂ, ਉਹ ਕਹੇਗਾ ਲੈ ਕੁਝ ਨਹੀਂ ਹੈ, ਲੋਕ ਪੀਂਦੇ ਆ, ਅੱਜ ਮੇਰੇ ਕਰਕੇ ਇੱਕ ਪੈਗ, ਛੋਟਾ ਜਿਹਾ ਪੈਗ, ਫਿਰ ਛੋਟਾ ਜਿਹਾ ਪੈਗ ਲੱਗਦਾ, ਫਿਰ ਥੋੜਾ ਜਿਹਾ ਹੋਰ ਲੱਗਦਾ, ਫਿਰ ਵੱਡਾ ਲੱਗਦਾ, ਫਿਰ ਤਾਂ ਲੋੜ ਨਹੀਂ ਰੋਕਣ ਦੀ, ਫਿਰ ਤਾਂ ਆਪਣੇ ਆਪ ਚੱਲਦਾ। ਹਾਲੇਲੂਇਆ। ਦੁਸ਼ਮਣ ਆ ਕੇ, ਬੈਰੀ ਆ ਕੇ ਜੋ ਕੁਝ ਬੀਜਿਆ ਗਿਆ ਉਹਨੂੰ ਖੋਹਦਾ ਆ ਕੇ। ਸ਼ੈਤਾਨ ਜਾਣਦਾ ਹੈ ਚੰਗੀ ਤਰ੍ਹਾਂ, ਅਗਰ ਪਰਮੇਸ਼ਰ ਦਾ ਬੀਜ ਤੁਹਾਡੇ ਅੰਦਰ ਰਹਿ ਗਿਆ, ਅਗਰ ਪਰਮੇਸ਼ਰ ਦਾ ਵਚਨ ਤੁਹਾਡੇ ਅੰਦਰ ਰਹਿ ਗਿਆ, ਕਿਉਂਕਿ ਆਪਨੇ ਵਧਣਾ ਹੈ, ਆਪਨੇ ਫੁੱਲਣਾ ਹੈ, ਕਾਹਦੇ ਨਾਲ? ਵਚਨ ਦੇ ਨਾਲ। ਫਿਰ ਲੋਕ ਤੁਹਾਡੀ ਜ਼ਿੰਦਗੀ ਨੂੰ ਵੇਖਣਗੇ, ਲੋਕ ਤੁਹਾਡੀ ਬੜੌਤੀ ਨੂੰ ਵੇਖਣਗੇ, ਫਿਰ ਲੋਕ ਹੋਰ ਤਿਆਰ ਹੋਣਗੇ ਤੁਹਾਡੇ ਨਾਲ ਆਉਣ ਦੇ ਲਈ। ਸ਼ੈਤਾਨ ਚਾਹੁੰਦਾ ਕਿ ਇਸੇ ਨੂੰ ਖਤਮ ਕਰ ਦਿਓ, ਇਸੇ ਬੰਦੇ ਨੂੰ ਖਤਮ ਕਰ ਦਿਓ, ਜਿਹੜਾ ਬੰਦਾ ਛੁਟਕਾਰੇ ਦਾ ਕਾਰਨ ਬਣੇਗਾ। ਹਾਲੇਲੂਇਆ, ਹਾਲੇਲੂਇਆ। ਜਿਹੜਾ ਫੈਸਲਾ ਲੈਂਦਾ ਵਧਣ ਦੇ ਲਈ ਕਿ ਮੈਂ ਵਧਾਂਗਾ, ਸ਼ੈਤਾਨ ਉਸੇ ਦੀ ਅਟੈਕ ਕਰਦਾ। ਜਿਹੜਾ ਬੰਦਾ ਪਾਪ ਦੇ ਵਿੱਚ ਹੈ, ਸ਼ੈਤਾਨ ਉਹਦੇ ਨਜ਼ਦੀਕ ਨਹੀਂ ਆਏਗਾ। ਜਿਹੜਾ ਬੰਦਾ ਪਾਪ ਦੇ ਵਿੱਚ ਹੈ, ਸ਼ੈਤਾਨ ਜਾਣਦਾ ਕੋਈ ਗੱਲ ਨਹੀਂ, ਇਹ ਤਾਂ ਆਪਣੀ ਬੰਦਾ ਹੈ, ਕੋਈ ਗੱਲ ਨਹੀਂ, ਇਹ ਤਾਂ ਆਪਣੇ ਕਬਜ਼ੇ ਵਿੱਚ ਹੀ ਹੈ। ਪਰ ਜਿਹੜਾ ਕਬਜ਼ੇ ਵਿੱਚ ਨਹੀਂ ਹੈ ਸ਼ੈਤਾਨ ਦੇ, ਜਿਹੜਾ ਸ਼ੈਤਾਨ ਦੇ ਕਬਜ਼ੇ ਤੋਂ ਨਿਕਲ ਗਿਆ, ਉਹਨੂੰ ਛੇੜੇਗਾ ਸ਼ੈਤਾਨ, ਉਹਦੇ ਕੋਲ ਆਏਗਾ, ਜੋ ਕੁਝ ਉਹਦੇ ਅੰਦਰ ਬੀਜਿਆ ਗਿਆ ਵਚਨ ਉਹਨੂੰ ਖੋਏਗਾ ਆਗੇ। ਆਮੀਨ, ਆਮੇਨ, ਹਾਲੇਲੂਇਆ, ਹਾਲੇਲੂਇਆ। ਕਹਿੰਦਾ ਜਦੋਂ ਇੱਕ ਮਾਲਕ ਦੇ ਘਰ ਵਿੱਚ ਚੋਰ ਆਉਂਦੇ ਆ, ਚੋਰ ਚੋਰੀ ਕਰਨ ਦੇ ਲਈ, ਅਗਰ ਅੱਗੋਂ ਮਾਲਕ ਕਮਜ਼ੋਰ ਹੈ, ਚੋਰ ਆਏਗਾ, ਮਾਲਕ ਨੂੰ ਕੁੱਟੇਗਾ, ਮਾਰੇਗਾ, ਜੋ ਕੁਝ ਮਾਲਕ ਦੇ ਕੋਲ ਹੈ ਉਹ ਚੁਰਾ ਕੇ ਲੈ ਕੇ ਜਾਏਗਾ। ਅਗਰ ਮਾਲਕ ਅੱਗੋਂ ਪਾਵਰਫੁਲ ਹੈ, ਮਾਲਕ ਅੱਗੋਂ ਤਕੜਾ ਹੈ, ਅਗਰ ਚੋਰ ਆ ਰਿਹਾ, ਮਾਲਕ ਸੁੱਤਾ ਪਿਆ ਹੈ, ਕੀ ਬਣੇਗਾ ਉਸ ਮਾਲਕ ਦਾ? ਸਭ ਕੁਝ ਜੋ ਹੈ, ਸੁੱਤਾ ਬੰਦਾ ਕਿਹਦੇ ਬਰੋਬਰ ਹੁੰਦਾ ਹੈ? ਇੱਕ ਮਰੇ ਦੇ ਬਰੋਬਰ। ਤਾਂ ਹੀ ਲਿਖਿਆ ਬਾਈਬਲ 'ਚ, ਹੇ ਸੌਣ ਵਾਲਿਆ ਜਾਗ, ਮੁਰਦਿਆਂ ਵਿੱਚੋਂ ਜੀ ਉੱਠ, ਮਸੀਹ ਤੇਰੇ ਉੱਪਰ ਚਮਕੇਗਾ। ਆਮੀਨ, आमेन, हालेलुया, हालेलुया। आपने सोना नहीं है, मतलब आत्मा दे विच आपने सोना नहीं है, आपने जागते रहना है, अपने दिल की राखी करनी है, आपके मन की राखी करनी है, असी ने अपनी वचन की राखी करनी है। जो सुनिया उन्होंने अपने कोलों जान नहीं देना, उन्होंने लंघन नहीं देना। आमीन, आमेन। जो सुनिया
ਉਹਨੂੰ ਪਕੜ ਕੇ ਰੱਖਣਾ ਸੀ। ਬਾਈਬਲ 'ਚ ਲਿਖਿਆ ਜਿਹਦੇ ਕੋਲ ਕੁਝ ਹੈ ਉਹਨੂੰ ਹੋਰ ਦਿੱਤਾ ਜਾਏਗਾ, ਜਿਹਦੇ ਕੋਲ ਕੁਝ ਨਹੀਂ ਉਹ ਤੋਂ ਜੋ ਕੁਝ ਹੈ ਉਹ ਵੀ ਲਿਆ ਜਾਏਗਾ। ਪਰਮੇਸ਼ਵਰ ਆਪ ਜੀ ਦੀ ਜ਼ਿੰਦਗੀ 'ਚ ਛੋਟੀ ਜੀ ਚਮਤਕਾਰ ਕਰਕੇ ਵੇਖ ਰਿਹਾ, ਛੋਟੀ ਜੀ ਗਵਾਹੀ। ਪਰਮੇਸ਼ਰ ਛੋਟੀ ਜੀ ਗਵਾਹੀ ਪੈਦਾ ਕਰਦਾ ਆਪ ਜੀ ਦੇ ਜੀਵਨ ਦੇ ਵਿੱਚ, ਕਿਉਂ ਕਿ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਗਵਾਹੀਆਂ ਇਹਨਾਂ ਜੀਵਨ 'ਚ ਖੜੀਆਂ ਕਰ ਸਕਣ। ਇਹ ਛੋਟੀ ਜੀ ਗਵਾਹੀ ਸਾਡੇ ਵਿੱਚ ਆਉਂਦੀ ਹੈ, ਕਾਹਦੇ ਲਈ ਆਉਂਦੀ ਹੈ? ਸਾਨੂੰ ਖੜਾ ਕਰਨ ਦੇ ਲਈ, ਸਾਨੂੰ ਮਜ਼ਬੂਤ ਕਰਨ ਦੇ ਲਈ। ਆਮੀਨ ਆਮੇਨ। ਫਿਰ ਅਸੀਂ ਉਸ ਤੋਂ ਬਾਅਦ ਅਸੀਂ ਅੱਗੇ ਆਉਣਾ। ਅਗਰ ਮੈਂ ਐਗਜ਼ਾਮਪਲ, ਅਗਰ ਤੁਸੀਂ ਅੱਜ ਚਰਚ ਵਿੱਚ ਆਏ, ਭਵਿੱਖਬਾਣੀ ਹੋਈ, ਪ੍ਰੋਫੈਸੀ ਹੋਈ, ਆਪ ਜੀ ਦੀ ਰਸੌਲੀ ਚਲੀ ਗਈ, ਆਪ ਜੀ ਦਾ ਬੁਖਾਰ ਉਤਰ ਗਿਆ, ਅੱਗੇ ਵੀ ਕੰਮ ਹੈਗਾ ਤੁਹਾਡੀ ਜ਼ਿੰਦਗੀ 'ਚ। ਇਹ ਨਹੀਂ ਕਿ ਰਸੌਲੀ ਵਾਸਤੇ ਅਸੀਂ ਆਏ, ਰਸੌਲੀ ਗਾਇਬ ਹੋਈ, ਮੁੜ ਕੇ ਨਹੀਂ ਚਰਚ ਆਉਣਾ। ਉਦੋਂ ਗਾਹਾਂ ਬਹੁਤ ਕੁਝ ਪਿਆ ਤੁਹਾਡੀ ਜ਼ਿੰਦਗੀ 'ਚ। ਪਰਮੇਸ਼ਵਰ ਨੇ ਤੁਹਾਨੂੰ ਸਵਰਗ ਵਿੱਚ ਲੈ ਕੇ ਜਾਣਾ ਹੈ, ਪਰਮੇਸ਼ਵਰ ਨੇ ਤੁਹਾਨੂੰ ਫਲ ਦੇਣਾ ਹੈ। ਆਮੀਨ ਆਮੇਨ। ਹਾਲੇਲੂਇਆ ਹਾਲੇਲੂਇਆ। ਲਿਖਿਆ ਕਿ ਜਦੋਂ ਮਾਲਕ ਸੁੱਤਾ ਹੋਏਗਾ, ਚੋਰ ਆਏਗਾ ਤੇ ਸਭ ਕੁਝ ਜੋ ਹੈ ਉਹਦੇ ਕੋਲ ਲੁੱਟ ਕੇ ਲੈ ਕੇ ਜਾਏਗਾ। ਚੋਰ ਕੌਣ ਹੈ? ਸ਼ੈਤਾਨ। ਮਾਲਕ ਕੌਣ ਹੈ? ਅਸੀਂ। ਤਾਰੀਫ ਕਰੋ ਪਰਮੇਸ਼ਵਰ ਦੀ। ਹਾਲੇਲੂਇਆ ਹਾਲੇਲੂਇਆ। ਮਾਲਕ ਕੌਣ ਹੈ? ਬੋਲੋ, ਕੌਣ ਹੈ ਮਾਲਕ? ਅਸੀਂ ਆ। ਕਾਹਦੇ ਮਾਲਕ? ਵਚਨ ਦੇ ਮਾਲਕ, ਪਰਮੇਸ਼ਰ ਦੇ ਰਾਜ ਦੇ ਮਾਲਕ। ਅਸੀਂ ਆਪਣੀ ਜ਼ਿੰਦਗੀ ਦੇ ਮਾਲਕ, ਸਵਰਗ ਦੇ ਮਾਲਕ। ਅਗਰ ਸੋਵਾਂਗੇ, ਸ਼ੈਤਾਨ ਆਏਗਾ, ਚੁਰਾ ਕੇ ਲੈ ਕੇ ਜਾਏਗਾ। ਫਿਰ ਅਸੀਂ ਬੋਲਾਂਗੇ, ਰੋਵਾਂਗੇ ਫਿਰ ਅਸੀਂ, ਓ ਪਰਮੇਸ਼ਵਰ ਇਹ ਕਿਉਂ ਹੋਇਆ ਮੇਰੇ ਨਾਲ? ਵਿਸ਼ਵਾਸੀ ਉਦੋਂ ਰੋਂਦੇ ਆ ਜਦੋਂ ਆਪਣੇ ਅੰਦਰ ਨਹੀਂ ਕੁਝ ਰੱਖਦੇ। ਵਿਸ਼ਵਾਸੀ ਉਦੋਂ ਪਿੱਛੇ ਜਾਂਦੇ ਆ ਜਦੋਂ ਆਪਣੇ ਅੰਦਰ ਨਹੀਂ ਕੁਝ ਰੱਖਦੇ। ਬਾਈਬਲ ਕਹਿੰਦੀ ਆਪਣੇ ਆਪ ਨੂੰ ਗਰਮ ਰੱਖੋ, ਠੰਡਾ ਨਾ ਬਹਿਣ ਦਿਓ। ਜਦੋਂ ਗਰਮ ਹੁੰਦਾ ਨਾ, ਗਰਮ ਦੇ ਉੱਪਰ ਮੱਖੀ ਨਹੀਂ ਬੈਠਦੀ। ਅਸੀਂ ਐਸੇ ਗਰਮ ਹੋਣਾ ਜਦੋਂ ਮੱਖੀ ਬੈਠਣ ਦੀ ਕੋਸ਼ਿਸ਼ ਕਰੇ, ਲੱਤਾਂ ਜਲ ਜਾਣ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਆਮੇਨ। ਪਾਂਚੇ ਜਲ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਹਾਲੇਲੂਇਆ ਹਾਲੇਲੂਇਆ। ਅਸੀਂ ਕਹਿੰਦੇ ਆ ਮੱਖੀਆਂ ਭਿਣਕਦੀਆਂ ਨੇ। ਇੱਕ ਵਿਆਹ 'ਚ ਬੋਲੀ ਪੈਂਦੀ ਹੁੰਦੀ ਹੈ, ਮੂੰਹ ਧੋ ਕੇ ਨਾ ਆਈ ਤੇ ਮੱਖੀਆਂ ਭਿਣਕਦੀਆਂ। ਹਾਲੇਲੂਇਆ ਹਾਲੇਲੂਇਆ। ਮਤਲਬ ਪਰਮੇਸ਼ਰ ਦੇ ਸਾਹਮਣੇ ਅਸੀਂ ਨੇ ਵਚਨਾਂ ਦੇ ਨਾਲ ਜਾਣਾ ਹੈ, ਰੂਹ ਦੇ ਨਾਲ ਜਾਣਾ ਹੈ, ਕਨਫਿਊਜ਼ ਨਹੀਂ ਹੋਣਾ। परमेश्वर ਨੂੰ शिकायत नहीं करनी, परमेश्वर ये क्यों होया। परमेश्वर आपको शिकायत करता है, परमेश्वर आपको बोल रहा है। जो ਅਸੀਂ बोलते हैं, रोने हैं परमेश्वर के सामने, परमेश्वर ये हो गया मेरी जिंदगी च, वो हो गया। परमेश्वर कहना होएगा। आप ठंडे हो, आप ठंडे हो, होएगा। मक्खी बैठेगी, दंदियां बढ़ेगी, तपाएगी आपको, बार बार आएगी। कई बार इंसान के चेहरे पर बार बार मक्खी आती, बार बार एवें एवें करी जाता, वो एवें करी जाता। कुछ ना कुछ तो है, कोई जख्म होएगा, जबकि मिठा लग्या होएगा, जो मक्खी बार बार आती है। शैतान आपके जीवन दे विच क्यों बार बार आ रहे हैं? कोई दा कारण होएगा। आप भी विचार विच हो सकते हो, मूर्ति पूजा विच हो सकते हो, नशे च हो सकते हो सकता है तुहाडी प्रार्थना ना होए, हो सकता है संडे ना जाते हो। शैतान आएगा क्योंकि गर्म नहीं है आप। हालेलुया हालेलुया। अंदर रखो, अपने च क्वालिटी नूं पैदा रखो करके, वचन नूं जगह दिओ। बाइबल च लिखिया अपने अंगां नूं तुसीं परमेश्वर दे हवाले कर दिओ।
ਸ਼ੈਤਾਨ ਦਾ ਪਾਪ ਦਾ ਤੁਹਾਡੇ ਉੱਪਰ ਬਾਹ ਨਹੀਂ ਚੱਲੇਗਾ। Amen. ਆਪਣੇ ਅੰਗਾਂ ਨੂੰ ਪਰਮੇਸ਼ਰ ਦੇ ਹੱਥਾਂ 'ਚ ਦੇ ਦਿਓ, ਸ਼ੈਤਾਨ ਦਾ ਤੁਹਾਡੇ ਉੱਪਰ ਬਾਹ ਨਹੀਂ ਚੱਲੇਗਾ। ਸ਼ੈਤਾਨ ਦਾ ਬਾਹ ਕਿਦੋਂ ਚੱਲਦਾ ਹੈ? ਜਦੋਂ ਅਸੀਂ ਆਪਣੇ ਅੰਗਾਂ ਨੂੰ ਪਰਮੇਸ਼ਰ ਤੋਂ ਬਾਹਰ ਕੱਢ ਲੈਂਦੇ ਹਾਂ। ਹਾਲੇਲੂਇਆ। Hallelujah. ਬਾਈਬਲ ਬੋਲਦੀ ਹੈ ਪਰਮੇਸ਼ਰ ਨੇ ਸਾਨੂੰ ਆਪਣੇ ਸਰੂਪ ਦੇ ਉੱਪਰ ਆਪਣੇ ਵਰਗਾ ਬਣਾਇਆ। ਪਰਮੇਸ਼ਰ ਡੰਗਰਾਂ ਵਿੱਚ ਨਹੀਂ ਆਏਗਾ, ਕਿਉਂਕਿ ਪਰਮੇਸ਼ਰ ਨੇ ਡੰਗਰਾਂ ਨੂੰ ਆਪਣੇ ਸਰੂਪ ਦੇ ਉੱਪਰ ਆਪਣੇ ਵਰਗਾ ਨਹੀਂ ਬਣਾਇਆ। ਬਾਈਬਲ ਦੱਸਦੀ ਹੈ ਡੰਗਰ ਬਣਾਏ ਗਏ, ਡੰਗਰ ਬਣੇ ਨਾਸ਼ ਹੋਣ ਦੇ ਲਈ। ਬਾਈਬਲ ਪ੍ਰੂਫ ਕਰਦੀ ਹੈ। ਹਾਲੇਲੂਇਆ। Hallelujah. ਡੰਗਰ ਇਸ ਲਈ, ਡੰਗਰ ਦਾ ਮਤਲਬ ਲੱਗਿਆ ਕਿ ਡੰਗਰ ਬਣਾਏ ਔਰ ਨਾਸ਼ ਹੋ ਗਏ। ਪਰਮੇਸ਼ਰ ਕਹਿੰਦਾ ਮੈਂ ਡੰਗਰਾਂ ਨੂੰ ਇਸ ਲਈ ਬਣਾਇਆ ਕਿ ਉਹ ਨਾਸ਼ ਹੋ ਜਾਣ, ਪਰ ਮੈਂ ਤੁਹਾਨੂੰ ਇਸ ਲਈ ਨਹੀਂ ਬਣਾਇਆ ਕਿ ਤੁਸੀਂ ਨਾਸ਼ ਹੋਵੋ। ਤਾਰੀਫ ਕਰੋ ਪਰਮੇਸ਼ਰ ਦੀ। Hallelujah. हालेलुया। Hallelujah. परमेश्वर ने आपको इसलिए नहीं बनाया कि तुसी नाश होवो। परमेश्वर ने तुहानू अपने लिए बनाया, अपने लिए पैदा किया। जो आदम ने पाप किया, परमेश्वर ओदी चिंता में चला गया सी। परमेश्वर ने ओदी कोशिश जारी कर ली सी अपने बेटे नू प्रभु यीशु मसीह नू भेजण दे लई। जो आदम ने पाप किया, परमेश्वर ने आदम नू कहा आदम तू की कीता? आदम ने कहा मेरी वाइफ ने, मेरी पत्नी ने मेरे तो पाप कराया। मैं नहीं करता सी, मेरी पत्नी ने मेरे तो पाप कराया। ਇਹਦਾ ਮਤਲਬ ਕਿ ਆਪ, मैं पहला बोला कि आप कदे पाप च नहीं जाओगे, आप कदे भी विचार नहीं करोगे। ਤੁਹਾਡੇ ਨਾਲ ਦਾ तो पाप कराएगा, ਤੁਹਾਡਾ ਮਿੱਤਰ ਤੁਹਾਨੂੰ ਪਾਪ ਚ ਲੈ ਕੇ ਜਾਏਗਾ, ਤੁਹਾਡਾ ਪੜੋਸੀ ਤੁਹਾਨੂੰ ਪਾਪ ਚ ਲੈ ਕੇ ਜਾਏਗਾ। ਹਾਲੇਲੂਇਆ। Hallelujah. ਪਰਮੇਸ਼ਵਰ ਨੇ ਸੱਪ ਨੂੰ ਬੁਲਾਇਆ, ਹਵਾ ਨੂੰ ਬੁਲਾਇਆ, ਤਿੰਨੇ ਇਕੱਠੇ ਕੀਤੇ। ਪਰਮੇਸ਼ਵਰ ਨੇ ਸੱਪ ਨੂੰ ਕਿਹਾ ਤੂੰ ਇਹਦੀ ਅੱਡੀ ਨੂੰ ਡੰਗ ਮਾਰੇਗਾ ਤੇ ਤੇਰੇ ਸਿਰ ਨੂੰ ਫੇਹੇਗਾ, ਤੇਰੇ ਤੇ ਤੀਵੀਂ ਦੀ ਸੁਲਤਾਨ ਵਿੱਚ ਮੈਂ ਕੀ ਪਾਵਾਂਗਾ? ਬੈਰ ਪਾਵਾਂਗਾ। ਮਤਲਬ ਉੱਥੇ ਯਿਸੂ ਮਸੀਹ ਦੀ ਗੱਲ ਕਰਦਾ ਪਰਮੇਸ਼ਵਰ। ਤੀਵੀਂ ਦੀ ਸੁਲਤਾਨ ਕੌਣ ਹੈ? ਪ੍ਰਭੂ ਯਿਸੂ ਮਸੀਹ, ਜੋ ਬਿਨਾਂ ਪੁਰਸ਼ ਤੋਂ ਮਰੀਮ ਦੇ ਦੁਆਰਾ ਯਿਸੂ ਮਸੀਹ ਪੈਦਾ ਹੋਇਆ। ਤਾਰੀਫ ਕਰੋ ਪਰਮੇਸ਼ਵਰ ਦੀ। ਹਾਲੇਲੂਇਆ। Hallelujah. ਹਾਲੇਲੂਇਆ। ਇਸ ਲਈ ਬਾਈਬਲ ਬੋਲਦੀ ਹੈ ਕਿ ਜੋ ਤੁਹਾਡੇ ਅੰਦਰ ਹੈ, ਜੋ ਸੁਣਾਇਆ ਗਿਆ, ਉਹਨੂੰ ਬਾਹਰ ਨਾ ਜਾਣ ਦਿਓ, ਉਹਨੂੰ ਅੰਦਰ ਰੱਖੋ। ਉਹਦੇ ਲਈ ਪ੍ਰਾਰਥਨਾ ਕਰੋ। ਬਾਈਬਲ 'ਚ ਲਿਖਿਆ ਤੁਸੀਂ ਪ੍ਰਾਰਥਨਾ ਕਰੋ ਜੋ ਆਕਾਸ਼ ਦੇ ਪੰਛੀ ਆ ਕੇ ਤੁਹਾਡੇ ਵਿੱਚ ਵਚਨ ਚੁਰਾ ਕੇ ਲੈ ਕੇ ਨਾ ਜਾਏ। ਆਕਾਸ਼ ਦੇ ਪੰਛੀਆਂ ਨੂੰ ਬੰਨੋ। ਪਰਮੇਸ਼ਰ ਨੂੰ ਬੋਲੋ ਕਿ ਪਰਮੇਸ਼ਰ ਸ਼ੈਤਾਨ ਕਿਸੇ ਵੀ ਰੂਪ ਦੇ ਵਿੱਚ ਦੀ ਨਾ ਆਏ। मैं समझ सका परमेश्वर हर एक इंसान की असी ने खोज करनी है, हर एक इंसान को परखना है, हर एक इंसान की नहीं सुननी। असी जो सानू कह रहे आके कि आ करते हैं, उदों पहला परखना है कि ये इंसान ये परमेश्वर वालों है या शैतान दे वालों है। एक औरत मैनू मिली जिहदा पति मर गया। पति मरण तो बाद और जिंदगी च प्रॉब्लम आई, पैसे की प्रॉब्लम आई, कपड़े की प्रॉब्लम आई। उस तो बाद उन्हें प्रार्थना की थी परमेश्वर मेरा इंतजाम कर। आप चंगी तरह ये जानते हो कि जो असी प्रार्थना करते हैं शैतान भी सुनता है साडे शब्दां नूं, परमेश्वर भी सुनता है। जो परमेश्वर ने आदम नूं कहा सी कि तू इस बाग दे विचों हर एक बिरछ दा फल खा सकदा है, पर एक बिरछ दा जिहड़ा फल नहीं खाना, शैतान सुनदा सी। अगर शैतान ने ना सुनिया हुंदा, शैतान नूं परमेश्वर दी प्लानिंग दा नाम पता हुंदा, शैतान ने कदे भी सप नूं इस्तेमाल नहीं करना सी। याद रखना, जो तुसी फैसला करते हो, जो परमेश्वर आपको कमांड करते भी आ नहीं करना, शैतान वही कराएगा। आप तो वही कराएगा शैतान। जो परमेश्वर ने कहता कि आ नहीं करना, शैतान वही कराएगा। अगर बिछड़ गए
अगर समझ ना हुई तो हालेलुया हालेलुया हालेलुया। हालेलुया और इस जीवन च एक ऐसा इंसान आया जो पैसे वाला इंसान और जिंदगी च आ गया। शैतान ने ऐसा इंसान लेकर जिंदगी च पा दिता जिहड़ा पैसे वाला सी, जिहड़ा धर्म जिहड़ा अमीर सी, और इस जिंदगी च आया वो औरत जिहड़ी परमेश्वर नूं मनण वाली, उस पैसे दे चक्कर दे विच उन्हें सोचा शायद ये बंदा परमेश्वर वालों है। परमेश्वर कदे आप जी की जिंदगी च व्यभिचारी पैदा नहीं करेगा इंसान को। परमेश्वर कदे नशा पैदा नहीं करेगा आप जी के जीवन से। परमेश्वर अगर परमेश्वर ये सब कुछ कर ला गया, पर परमेश्वर ने कदे नहीं लिखना सी मैं पवित्र। मैं पिछली बार भी बोला सी कि परमेश्वर ऐसा ना परमेश्वर नहीं है कि वो पाप दे विच मदद करे। पाप चली गई, सब कुछ किया, पति वाले रिलेशन बनाए, उस बाद मेरे को मैं मिलिया, मैं क्या एक मैं तुहाडे जीवन च ऐदा दा सिस्टम देख रहे हैं, तुहाडे जीवन च ऐदा दी प्रॉब्लम मैं देख रहे हैं, तुहाडे जीवन च भी विचार है। उन्हें रोना स्टार्ट कर दिया, कहनी यस, कहनी पास्टर जी, कहनी मैं ये प्रार्थना की थी, मैं सोचा भी ये बंदा भी परमेश्वर वालों हो सकता है। हर एक चीज परमेश्वर वालों नहीं है, हर एक चीज शैतान वालों नहीं है, याद रखना। आमीन आमीन। बेनीहिन एक रब दा दास, बेनीहिन परमेश्वर दा दास, ओदा जिहड़ा बाप सी ना, ओदा बाप बहुत ज्यादा बीमार होया। बीमार होने तो बाद ओदा बाप मर गया। बेनीहिन नूं कहंदे लोग तू तां एडा वड्डा पास्टर सी, तेरा बाप तां प्रभु नूं मनदा सी, क्यों मरिया बीमारी दे विच। बेनीहिन ने प्रार्थना की थी कि ना परमेश्वर ये क्यों होया। परमेश्वर ने बेनीहिन को जवाब दिता, तेरा बाप लगातार सिगरेट पींदा सी। हालेलुया हालेलुया। आप मसीह हो सकते हो, आप विश्वासी हो सकते हो, अगर नशा तुहाडी जिंदगी च है, तुसी मसीह दे वैरी, परमेश्वर दे वैरी, परमेश्वर के कामां च रुकावटां पाउण वाला इंसान। बेनीहिन ने कहा प्रभु ये क्यों हो गया, क्यों मर गया। परमेश्वर ने कहा तेरा बाप लगातार सिगरेट पींदा सी। कई लोग कहते हैं प्रभु मैं केड़ा बड़ा बड़ा नशा करदा, मैं केड़ा शराब पीना, मैं तो थोड़ा झूठा ही लाउना, जब मैं बीड़ी पीना, जब मैं जर्दा करना, जब मैं ये है। प्रभु नशे तो नफरत करते, परमेश्वर उस बीज तो नफरत करते जिहड़ा बीज परमेश्वर की तरफ से नहीं है। परमेश्वर ने कहा सिगरेट मेरी वालों नहीं है, शराब मेरी वालों नहीं है, व्यभिचार मेरी वालों नहीं है, हरामकारी मेरी वालों नहीं है, चोरी मेरी वालों नहीं है। कई लोग कहते भी कहते ओदे हुक्म बिना एक पत्ता नहीं झूलता, कई लोग कहते हैं है ना, कहते हैं ओदे हुक्म बिना पत्ता। कहने फिर एक विश्वासी ने, मैं क्या भी बाइबल च लिखा एक भी वस्तु यसु मसीह तो बिना नहीं रची गई धरती के ऊपर, एक भी वस्तु। वो कहने फिर शराब भी यसु मसीह वालों ही है, नशा भी यसु मसीह वालों है। इत्थे ही रॉन्ग हो तुम। शैतान ने कुछ ऐसा ना काम करता, ऐसा ना बीज बीजता धरती के ऊपर कि जिहड़ा सानू पता नहीं है कि केड़ा बीज परमेश्वर वालों है, केड़ा बीज शैतान दे वालों है। हालेलुया हालेलुया। परमेश्वर ने कोई भी ऐसी चीज धरती ऊपर नहीं बनाई जो तुम नरक च लेके जाए, जो तुम नाश करे। वो शैतान ने चीजा, शैतान प्रवेश होया लोगों के विच, शैतान ने सिगरेटां बना दियां। अज स्टेजों पर देखते हैं ना असीं नंगियां होके नचदियां, गलत गाने चलते हैं। शैतान ने स्वर्ग की कॉपी की है धरती के ऊपर। बाइबल कहने कि स्वर्ग दे विच
ਸ਼ੈਤਾਨ ਨੀਚੇ ਆਉਣ ਤੋਂ ਪਹਿਲਾਂ, ਅਬਲੀਸ ਨੀਚੇ ਆਉਣ ਤੋਂ ਪਹਿਲਾਂ, ਅਬਲੀਸ ਪਰਮੇਸ਼ਰ ਦੀ ਮਹਿਮਾ ਕਰਦਾ ਸੀ। ਉਹਦੇ ਦੂਤ, ਉਹਦੇ ਫੰਗ ਲੱਗੇ ਹੋਏ ਸੀ ਪਰਮੇਸ਼ਰ ਦੀ ਮਹਿਮਾ ਕਰਨ ਦੇ ਲਈ, ਪਰ ਉਹਦੇ ਮਨ 'ਚ ਘਮੰਡ ਆਇਆ ਕਿ ਹੁਣ ਮੈਂ ਪਰਮੇਸ਼ਰ ਵਰਗਾ ਹੋ ਜਾਊਂਗਾ। ਨੀਚੇ ਮਾਰਿਆ। ਆਰਾਧਨਾ ਸਵਰਗ 'ਚ ਅੱਜ ਆਰਾਧਨਾ ਸਵਰਗ 'ਚ ਬੰਦ ਹੈ। ਅੱਜ अगर बाइबल में पढ़ोगे ना, आज आराधना स्वर्ग च नहीं हो रही है, क्योंकि अबलीस नीचे आया, आराधना स्वर्ग च गई। आज जो आराधना धरती के उपर होंदी है, इस स्वर्ग विच ग्रहण की जाती है यीशु मसीह के सामर्थी नाम दे विच। आमीन। ओही आराधना जिहड़ी अबलीस करदा सी, ओही आराधना दौद ने की परमेश्वर दी। स्पेशल साजी, मैं रात वचन जो पढ़ रहा सी कि दौद ने 4000 साजी सी। 4000। तारीफ करो परमेश्वर। हालेलुया। आमीन। आमीन। किन्ने साजी सी दौद दे? मैं रात पढ़ रहा सी 20000 लोग सी जिहड़े दौद नाल चलदे सी। 6000 लोग तां चर्च विच लोकां नूं संभालदे सी। 4000 लोग ओदी लिखत, हाँ 4000 लोग लिखत करते सी ओदी, की करना है चर्च विच, की नहीं करना, की नहीं करना, की करना है। 4000 साजी ला लो, बाजा ढोल, पता नहीं की कुछ होएगा। हालेलुया। हालेलुया। आराधना जिहड़ी आराधना स्वर्ग च हुंदी सी। ताही लिखिया पौलुस ने, गल कादी मैं बुद्धि नाल गावांगा, मैं बुद्धि नाल परमेश्वर नूं महिमा दियांगा। दौद कहना हर एक नवे जबूर दे नाल मैं परमेश्वर दी महिमा करांगा, क्योंकि ओदे अंदर बीज सी परमेश्वर दा। हालेलुया। आपने अपने अंदर परमेश्वर दा वचन रखना है। अगे अगे पढ़िया, अगे अगे की लिखिया वचन च? ਇਹ ਉਹ ਹੈ हाँ ਜਿਹੜਾ ਪਹੇ ਵੱਲ ਬੀਜਿਆ ਗਿਆ ਸੀ अगे ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਬੀਜਿਆ ਗਿਆ, अगे ਸੋ ਉਹ ਹੈ अगे। ਜੋ ਵਚਨ ਸੁਣ ਕੇ ਝੱਟ ਖੁਸ਼ੀ ਨਾਲ ਹਾਂ। ਉਹਨੂੰ ਮੰਨ ਲੈਂਦਾ ਹੈ, बाइबल दो एक बारी मैनू। हाँ ਪਰ ਆਪਣੇ ਵਿੱਚ ਜੜ ਨਹੀਂ ਰੱਖਦਾ ਹੈ, अगे। ਤਾਂ ਵੀ ਥੋੜਾ ਚਿਰ ਰਹਿੰਦਾ ਹੈ, हाँ ਪਰ ਜਦ ਵਚਨ ਦੇ ਕਾਰਨ ਦੁੱਖ ਦਾ ਜ਼ੁਲਮ ਹੁੰਦਾ ਹੈ। आमीन। हालेलुया। ਹਾਲੇਲੂਇਆ। ਜਦੋਂ ਦੁੱਖ ਆ ਜਾਂਦਾ ਹੈ ਇਨਸਾਨ ਦੀ ਜ਼ਿੰਦਗੀ 'ਚ, ਫਿਰ ਇਨਸਾਨ ਪਰਮੇਸ਼ਰ ਨੂੰ ਛੱਡਦਾ ਹੈ। ਅੱਗੇ ਪੜਾਂਗੇ ਲੈਣ ਨੂੰ। ਤਾਂ ਉਹ ਝੱਟ ਠੋਕਰ ਖਾਂਦਾ ਹੈ। ਅੱਗੇ ਅਤੇ ਜਿਹੜਾ ਕੰਡਿਆਲਿਆਂ ਵਿੱਚ ਬੀਜਿਆ ਗਿਆ, ਹਾਂ ਸੋ ਉਹ ਹੈ ਹਾਂ ਜੋ ਵਚਨ ਨੂੰ ਸੁਣਦਾ ਹੈ, ਪਰ ਇਸ ਯੁੱਗ ਦੀ ਚਿੰਤਾ ਅਤੇ ਧਨ ਦਾ ਧੋਖਾ ਅੱਗੇ ਵਚਨ ਨੂੰ ਦਬਾ ਲੈਂਦਾ ਹੈ ਹਾਂ। ਅਤੇ ਉਹ ਅਫਲ ਰਹਿ ਜਾਂਦਾ ਹੈ। ਬੋਲੋ ਹਾਲੇਲੂਇਆ। हालेलुया। ਉਹ ਲੋਕ ਅਫਲ ਰਹਿੰਦੇ ਆ, ਫਲ ਨਹੀਂ ਰਹਿੰਦੇ, ਜਿਹੜੇ ਵਚਨ ਨੂੰ ਦਬਾ ਲੈਂਦੇ ਆਪਣੀ ਜ਼ਿੰਦਗੀ ਦੇ ਵਿੱਚ। ਜਦੋਂ ਇਸੇ ਦੀ ਆਪਾਂ 28 ਐਤ ਨੂੰ ਪੜਾਂਗੇ, ਲਾਸਟ ਵਚਨ ਇਸੇ ਦੀ 28 ਐਤ ਨੂੰ, ਉਸਨੇ ਉਹਨਾਂ ਨੂੰ ਇੱਕ ਹੋਰ ਪੜ੍ਹੀ ਇਸ ਲੈਣ ਨੂੰ। ਉਹਨੇ ਉਹਨਾਂ ਨੂੰ ਆਖਿਆ, ਕੀ ਆਖਿਆ? ਇਹ ਕਿਸੇ ਵੈਰੀ ਦਾ ਕੰਮ ਹੈ। ਹਾਂ ਤਾਂ ਚਾਕਰਾਂ ਨੇ ਉਹਨੂੰ ਆਖਿਆ, ਕੀ ਆਖਿਆ? ਜੇ ਮਰਜ਼ੀ ਹੋਵੇ ਹਾਂ ਤਾਂ ਅਸੀਂ ਜਾ ਕੇ ਉਹਨਾਂ ਨੂੰ ਇਕੱਠਾ ਕਰੀਏ। ਹੂੰ। ਪਰ ਉਹਨੇ ਕਿਹਾ, 24 ਪੜਿਓ, 24 13 ਦੀ 24 ਹੈ। ਉਸਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ, ਕੀ ਆਖਿਆ? ਭਾਈ ਸਵਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਅੱਗੇ ਜਿਹਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ, ਹਾਂ ਪਰ ਜਦ ਲੋਕ ਸੌਂ ਰਹੇ ਸਨ ਹਾਂ ਤਦ ਉਹਦਾ ਵੈਰੀ ਆਇਆ ਜੀ। ਔਰ ਉਹਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ। ਹਾਲੇਲੂਇਆ। ਸਵਰਗ ਦਾ ਰਾਜ ਇੱਕ ਇਨਸਾਨ ਵਰਗ ਹੈ, ਇੱਕ ਮਨੁੱਖ ਵਰਗ ਹੈ, ਜਿਹਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ। ਕੋਈ ਵੀ ਪਾਦਰੀ, ਕੋਈ ਵੀ ਪਾਸਟਰ, ਕੋਈ ਵੀ ਅਗੁਆ ਆਪਣੀ ਕਲੀਸਿਆ 'ਚ ਮਾੜਾ ਬੀਜ ਨਹੀਂ ਬੀਜੇਗਾ। असली अगुआ और नशे तो रोकेगा, विचार तो रोकेगा, चोरियां तो रोकेगा, सब कुछ तो रोकेगा असली। पर दुश्मन आके बाइबल च लिखिया, इस बंदे ने जाके खेत विच बीज बीजिया, कणक बीजी, पर जो रात नूं सौं गए, रात नूं दुश्मन आए, बैरी आए, उस बीज दे विच गुल्ली डंडा बीज गया। आगे पढ़ांगे लैन नूं। हाँ
ਅਰ ਜਦ ਅੰਗੂਰੀ ਨਿਕਲੀ ਹਾਂ ਅਤੇ ਛਿੱਟੇ ਲੱਗੇ ਅੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ। ਅੱਗੇ ਤਾਂ ਘਰ ਦੇ ਮਾਲਕ ਦੇ ਚਾਕਰਾਂ ਨੇ ਕੀ ਆਖਿਆ ਕੋਲ ਆਣ ਕੇ ਉਹਨੂੰ ਆਖਿਆ, ਕੀ ਆਖਿਆ ਭਲਾ ਸੁਆਮੀ ਜੀ, ਹਾਂ ਤੁਸੀਂ ਆਪਣੇ ਖੇਤ ਵਿੱਚ ਚੰਗਾ ਵੀ ਨਹੀਂ ਸੀ ਬੀਜਿਆ? ਆਮੀਨ। ਆਮੀਨ। ਜਦੋਂ ਬੀਜ ਉੱਗਿਆ, ਕਣਕ ਉੱਗੀ ਤੇ ਨਾਲ ਗੁੱਲੀ ਡੰਡਾ ਵੀ ਉੱਗ ਗਿਆ। ਨੌਕਰ ਕਹਿੰਦੇ ਮਾਲਕ ਨੂੰ, ਕਹਿੰਦੇ ਵੀ ਮਾਲਕ ਜੀ ਅਸੀਂ ਚੰਗਾ ਬੀਜ ਨਹੀਂ ਬੀਜਿਆ ਸੀ ਖੇਤ ਵਿੱਚ। ਮਾਲਕ ਕਹਿੰਦਾ ਵੀ ਬਿਲਕੁਲ ਯੈਸ, ਚੰਗਾ ਬੀਜ ਬੀਜਿਆ ਸੀ। ਕਹਿੰਦੇ ਫਿਰ ਉਹ ਤਾਂ ਗੁੱਲੀ ਡੰਡਾ ਕਿਵੇਂ ਆ ਗਿਆ ਕਣਕ ਦੇ ਵਿੱਚ? ਤਾਂ ਮਾਲਕ ਨੇ ਕਿਹਾ ਇਹ ਕਿਸੇ ਬੈਰੀ ਦਾ ਕੰਮ ਹੈ। ਹਾਲੇਲੂਇਆ। ਹਾਲੇਲੂਇਆ। ਸ਼ੈਤਾਨ ਦਾ ਕੰਮ ਹੈ ਆਪ ਜੀ ਦੀ ਜ਼ਿੰਦਗੀ ਵਿੱਚ ਬੁਰਾਈ ਪੈਦਾ ਕਰਨੀ। ਸ਼ੈਤਾਨ ਡਾਇਰੈਕਟ ਪੈਦਾ ਨਹੀਂ ਕਰੇਗਾ ਆਪ ਜੀ ਦੀ ਜੀਵਨ ਵਿੱਚ ਬੁਰਾਈ ਪੈਦਾ ਕਰਨ ਦੇ ਲਈ। ਉਹ ਕਿਸੇ ਨੂੰ ਇਸਤੇਮਾਲ ਕਰੇਗਾ, ਤੁਹਾਡੇ ਪੜੋਸੀ ਨੂੰ ਇਸਤੇਮਾਲ ਕਰੇਗਾ, ਤੁਹਾਡੇ ਰਿਸ਼ਤੇਦਾਰ ਨੂੰ ਇਸਤੇਮਾਲ ਕਰੇਗਾ। ਹਾਲੇਲੂਇਆ। ਹਾਲੇਲੂਇਆ। ਆਪਨੇ ਸਮਝਣਾ, ਆਪਨੇ ਪਰਖਣਾ ਕਿ ਜਿਹੜਾ ਬੀਜ ਜੀ ਆ ਰਿਹਾ ਹੈ, ਇਹ ਬੰਦਾ ਜਿਹੜਾ ਆ ਰਿਹਾ ਹੈ, ਇਹ ਪਰਮੇਸ਼ਰ ਦੀ ओर से ਆ। ਅੱਗੇ ਪੜਾਂਗੇ ਲੈਣ ਨੂੰ ਅੱਗੇ। ਫਿਰ ਜੰਗਲੀ ਬੂਟੀ ਕਿੱਥੋਂ ਆਈ? ਅੱਗੇ ਉਹਨੇ ਉਹਨਾਂ ਨੂੰ ਆਖਿਆ, ਕੀ ਆਖਿਆ? ਇਹ ਕਿਸੇ ਵੈਰੀ ਦਾ ਕੰਮ ਹੈ। ਅੱਗੇ ਤਾਂ ਚਾਕਰਾਂ ਨੇ ਉਹਨੂੰ ਆਖਿਆ, ਹਾਂ ਜੇ ਮਰਜ਼ੀ ਹੋਵੇ ਹਾਂ ਤਾਂ ਅਸੀਂ ਜਾ ਕੇ ਉਹਨਾਂ ਨੂੰ ਇਕੱਠਾ ਕਰੀਏ। ਹਾਂ ਪਰ ਉਹਨੇ ਕਿਹਾ, ਕੀ ਆਖਿਆ? ਨਾ, ਮਤੇ ਤੁਸੀਂ ਜੰਗਲੀ ਬੂਟੀ ਨੂੰ ਇਕੱਠਾ ਕਰਦੇ ਆ, ਅੱਗੇ ਕਣਕ ਨੂੰ ਵੀ ਨਾਲ ਹੀ ਪੁੱਟ ਲਓ। ਬੋਲੋ ਹਾਲੇਲੂਇਆ। ਹਾਲੇਲੂਇਆ। ਨੌਕਰਾਂ ਨੇ ਕਿਹਾ ਮਾਲਕ ਨੂੰ, ਜੇ ਤੁਹਾਡੀ ਆਗਿਆ ਹੋਵੇ ਤਾਂ ਅਸੀਂ ਜਾ ਕੇ ਗੁੱਲੀ ਡੰਡੇ ਨੂੰ ਪੱਟ ਲਈਏ। ਜੋ ਤੇਰੇ ਵੱਲੋਂ ਨਹੀਂ ਹੈ, ਜੋ ਮਾਲਕ ਵੱਲੋਂ ਨਹੀਂ ਹੈ, ਤਾਂ ਮਾਲਕ ਨੇ ਕਿਹਾ ਨੋ, ਪੱਟਣਾ ਨਹੀਂ ਹੈ। ਇਹ ਨਾ ਹੋਵੇ ਤੁਸੀਂ ਗੁੱਲੀ ਡੰਡਾ ਵੱਢਦੇ ਹੋਏ ਨਾਲ ਕਣਕ